ਕਹ ਲਓ ਦੁਪਹਿਰ ਦੇ 12 ਵੱਜ ਰਹੇ ਨੇ। ਹੁਣ ਪੇਸ਼ ਹੈ ਭੈਣਾਂ ਲਈ ਰੋਜ਼ਾਨਾ ਪ੍ਰੋਗਰਾਮ ਨਾਰੀ ਲੋਕ। ਭੈਣੋ ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਰਣਦੀਪ ਪੰਧੀਰ। ਮੈਨੂੰ ਪਤਾ ਹੈ ਕਿ ਭੈਣਾਂ ਇਸ ਪ੍ਰੋਗਰਾਮ ਦੀ ਬਹੁਤ ਬੇਸਬਰੀ ਦੇ ਨਾਲ ਉਡੀਕ ਕਰਦੀਆਂ ਨੇ, ਕਿਉਂਕਿ ਨਾਰੀ ਲੋਕ ਖਾਸ ਤੌਰ 'ਤੇ ਭੈਣਾਂ ਦਾ ਪ੍ਰੋਗਰਾਮ ਹੁੰਦਾ ਹੈ ਅਤੇ ਭੈਣਾਂ ਨੇ ਬਹੁਤ ਸਾਰੀਆਂ ਗੱਲਾਂ ਸਾਡੇ ਨਾਲ ਕਰਨੀਆਂ ਹੁੰਦੀਆਂ। ਵੱਖ-ਵੱਖ ਦਿਨਾਂ 'ਤੇ ਸਾਨੂੰ ਭੈਣਾਂ ਚਿੱਠੀਆਂ ਵੀ ਪਾਉਂਦੀਆਂ ਨੇ, ਫੋਨ ਵੀ ਕਰਦੀਆਂ ਨੇ ਅਤੇ ਅਸੀਂ ਵੀ ਆਪਣੇ ਦੁੱਖ ਸੁੱਖ ਫਰੋਲਣੇ ਹੁੰਦੇ ਆ ਭੈਣਾਂ ਦੇ ਨਾਲ। ਅਤੇ ਅੱਜ ਨਾ ਮੈਂ ਇਕੱਲੀ ਨਹੀਂ ਆਈ, ਮੇਰੇ ਨਾਲ ਇੱਕ ਮਹਿਮਾਨ ਨੇ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ, ਅਤੇ ਉਹ ਖਾਸ ਮਹਿਮਾਨ ਨਾ ਸੱਚੀ ਬਹੁਤ ਖਾਸ ਨੇ। ਸੱਚੀ ਬਹੁਤ ਖਾਸ ਹੁੰਦੇ ਨੇ ਉਹ ਲੋਕ ਜਿਨ੍ਹਾਂ ਦੇ ਅੰਦਰੋਂ ਕਵਿਤਾ ਜਿਹੜੀ ਹੈ ਕਿਸੇ ਚਸ਼ਮੇ ਵਾਂਗ ਫੁੱਟਦੀ ਹੈ। ਕੁਦਰਤੀ ਜਿਹੜੇ ਬੰਦੇ ਹੁੰਦੇ ਆ ਨਾ ਉਹ ਬਹੁਤ ਖਾਸ ਹੁੰਦੇ ਨੇ, ਅਤੇ ਇੱਕ ਅਜਿਹੀ ਕੁਦਰਤ ਵਰਗੀ ਕੁੜੀ ਅੱਜ ਮੇਰੇ ਸਾਹਮਣੇ ਬੈਠੀ ਹੈ ਅਤੇ ਹਰਪ੍ਰੀਤ ਕੌਰ ਪਟਿਆਲਾ ਤੋਂ ਨੇ। ਬਹੁਤ ਬਹੁਤ ਸਵਾਗਤ ਕਰਦੇ ਹਾਂ ਹਰਪ੍ਰੀਤ ਜੀ ਤੁਹਾਡਾ। ਸਤਿ ਸ੍ਰੀ ਅਕਾਲ ਮੈਮ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ ਹਰਪ੍ਰੀਤ, ਪਹਿਲੀ ਗੱਲ ਤਾਂ ਮੈਨੂੰ ਤੁਹਾਨੂੰ ਵੇਖ ਕੇ ਬਹੁਤ ਖੁਸ਼ੀ ਹੋ ਰਹੀ ਹੈ, ਕਿਉਂਕਿ ਕੁੜੀਆਂ ਚਿੜੀਆਂ ਤਾਂ ਵੈਸੇ ਹੀ ਹੱਸਦੀਆਂ ਸੋਹਣੀਆਂ ਲੱਗਦੀਆਂ ਨੇ, ਅਤੇ ਸਾਡੀ ਹਰਪ੍ਰੀਤ ਨੇ ਚੂੜਾ ਪਾਇਆ ਹੋਇਆ ਹੈ ਜੀ। ਅਸੀਂ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਦਿੰਦੇ ਹਾਂ ਤੁਹਾਨੂੰ, ਤੁਹਾਡਾ ਹੁਣੇ ਵਿਆਹ ਹੋਇਆ ਜੀ, ਉਹਦੇ ਲਈ। ਕਵਿਤਾ ਤੁਸੀਂ ਲਿਖਦੇ ਹੋ? ਹਾਂਜੀ। ਕਿਵੇਂ ਸ਼ੌਂਕ ਲੱਗਾ ਕਵਿਤਾ ਲਿਖਣ ਦਾ? ਕਵਿਤਾ ਲਿਖਣ ਦਾ ਸ਼ੌਂਕ ਮੈਨੂੰ ਲੱਗਿਆ ਜੀ, ਇੱਕ ਨਾ TV ਸ਼ੋਅ ਆਉਂਦਾ ਹੁੰਦਾ ਸੀ ਬਹੁਤ ਛੋਟੇ ਹੁੰਦੇ ਸੀ ਜਦੋਂ ਜੀ, ਤਾਂ ਉਹਦੇ ਵਿੱਚ ਇੱਕ ਸਕ੍ਰਿਪਟ ਲਿਖੀ ਹੋਈ ਸੀ ਜੀ, ਹਾਸਿਆਂ ਦਾ ਸ਼ੋਅ ਪੇਸ਼ ਕੀਤਾ ਜਾਂਦਾ ਸੀ, ਤਾਂ ਉਹ ਮੈਨੂੰ ਇੰਨੀ ਜ਼ਿਆਦਾ ਪਸੰਦ ਆਈ ਤਾਂ ਮੇਰੇ ਮਨ 'ਚ ਇਹ ਗੱਲ ਆਈ ਵੀ ਇਹ ਉਹਨਾਂ ਨੇ ਕਿਉਂ ਲਿਖੀ ਹੈ। ਮਿੰਟੂ ਹੁੰਦੇ ਸੀ, ਮਿੰਟੂ। ਮੈਂ ਕਿਹਾ ਉਹਨਾਂ ਨੇ ਕਿਉਂ ਲਿਖੀ ਹੈ, ਇੰਨੀ ਵਧੀਆ ਚੀਜ਼ ਮੈਂ ਕਿਉਂ ਨਹੀਂ ਲਿਖੀ। ਬਸ ਉਸ ਤੋਂ ਜੀ ਮੇਰਾ ਸ਼ੌਂਕ ਜਾਗ ਗਿਆ। 8ਵੀਂ ਕਲਾਸ ਦੇ ਵਿੱਚ 2005 ਦੇ ਵਿੱਚ ਮੈਂ ਲਿਖਣਾ ਸ਼ੁਰੂ ਕਰ ਦਿੱਤਾ ਸੀ ਜੀ। ਜੀ ਹਾਂਜੀ, ਹੌਲੀ ਹੌਲੀ ਅੱਗੇ ਲਿਖਦੇ ਗਏ ਤਾਂ ਅੱਜ ਮੈਂ ਇਸ ਮਤਲਬ ਕਿ ਮੰਨ ਲਓ ਵੀ ਇਸ ਮੰਜ਼ਿਲ ਤੱਕ ਪਹੁੰਚ ਚੁੱਕੀ ਹਾਂ ਕਿ ਮੇਰੀ ਮਾਰਕੀਟ ਦੇ ਵਿੱਚ 2018 ਦੇ ਵਿੱਚ ਪੋਇਟਰੀ ਬੁੱਕ ਵੀ ਛਪ ਕੇ ਆ ਚੁੱਕੀ ਹੈ ਜੀ। ਵਾਹ ਜੀ ਵਾਹ। ਅੱਛਾ, ਸਭ ਤੋਂ ਪਹਿਲਾਂ ਸਾਨੂੰ ਹਰਪ੍ਰੀਤ ਇਹ ਦੱਸੋ ਕਿ ਤੁਸੀਂ ਹੈਗੇ ਕਿੱਥੋਂ ਦੇ ਹੋ? ਕਿਉਂਕਿ ਕੁੜੀਆਂ ਦੇ ਨਾ ਵੈਸੇ ਕਈ ਕਹਿੰਦੇ ਕੋਈ ਵੀ ਘਰ ਨਹੀਂ ਹੁੰਦਾ, ਅਤੇ ਮੈਨੂੰ ਲੱਗਦਾ ਹੈ ਕਿ ਵੀ ਐਵੇਂ ਢਾਈ ਜਾਣ ਦੀਆਂ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ। ਘਰ ਦੋਨੋਂ ਹੀ ਤੁਹਾਡੇ ਹੁੰਦੇ ਆ, ਪੂਰਾ ਹੱਕ ਜਤਾਉਣਾ ਚਾਹੀਦਾ ਹੈ। ਹਾਂਜੀ ਬਿਲਕੁਲ ਜੀ। ਅਤੇ ਸਾਨੂੰ ਆਪਣੇ ਪਹਿਲੇ ਘਰ ਅਤੇ ਹੁਣ ਵਾਲੇ ਘਰ ਦੋਨਾਂ ਬਾਰੇ ਦੱਸੋ, ਪੇਕੇ ਘਰ ਅਤੇ ਸਹੁਰੇ ਘਰ ਬਾਰੇ। ਮੇਰਾ ਜਿਹੜਾ ਪੇਕਾ ਘਰ ਹੈ ਜੀ ਉਹ ਬਰਨਾਲਾ ਡਿਸਟ੍ਰਿਕਟ ਦੇ ਵਿੱਚ ਮੇਰਾ ਘੁੰਸ ਪਿੰਡ ਹੈ ਜੀ। ਇਸੇ ਲਈ ਕਈ ਵਾਰ ਮੈਂ ਪੋਇਟਰੀ ਦੇ ਵਿੱਚ ਲੇਖਣੀ ਰੂਪ ਦੇ ਵਿੱਚ ਹਰਪ੍ਰੀਤ ਕੌਰ ਘੁੰਸ ਲਿਖਦੀ ਹਾਂ ਜੀ। ਜੀ ਹਾਂਜੀ, ਮੈਂ ਪਿੰਡ ਦਾ ਨਾਮ ਆਪਣਾ ਬਹੁਤ ਅੱਗੇ ਲੈ ਕੇ ਜਾਣਾ ਚਾਹੁੰਦੀ ਹਾਂ ਜੀ। ਤੇ ਜਿਹੜੇ ਮੇਰੇ ਸਹੁਰਾ ਪਰਿਵਾਰ ਹੈ ਜੀ ਉਹ ਪਟਿਆਲਾ ਹੈ ਜੀ। ਹਾਂਜੀ, ਤੇ 8 ਮਹੀਨੇ ਪਹਿਲਾਂ ਮੇਰੀ ਮੈਰਿਜ ਹੋਈ ਹੈ ਜੀ। ਤਾਂ ਵੱਡੀ ਮੇਰੇ ਲਈ ਇੱਕ ਤੁਹਾਡੇ ਸਾਰਿਆਂ ਨਾਲ ਮੈਂ ਖੁਸ਼ੀ ਸਾਂਝੀ ਇਹ ਕਰਨਾ ਚਾਹੁੰਦੀ ਹਾਂ ਕਿ ਮੇਰੇ ਸਹੁਰਾ ਪਰਿਵਾਰ ਨੂੰ ਪਹਿਲਾਂ ਹੀ ਇਹ ਪਤਾ ਸੀ ਕਿ ਮੇਰੀ ਬੁੱਕ ਪਬਲਿਸ਼ ਹੋਈ ਹੈ ਜਾਂ ਇਹ ਕੁੜੀ ਅੱਗੇ ਇੱਥੇ ਆ ਕੇ ਵੀ ਲਿਖਣਾ ਜਾਰੀ ਰੱਖਣਾ ਚਾਹੁੰਦੀ ਹੈ। ਤਾਂ ਇੱਥੇ ਵੀ ਸਾਰੇ ਮੈਨੂੰ ਸਪੋਰਟ ਕਰਦੇ ਨੇ ਜੀ। ਵੱਡੀ ਗੱਲ, ਮੇਰੇ ਹਸਬੈਂਡ ਨੂੰ ਅੱਜ ਤੱਕ ਇਸ ਗੱਲ ਤੋਂ ਸਮੱਸਿਆ ਨਹੀਂ ਆਈ ਕਿ ਹੁਣ ਵੀ ਆਪਣੇ ਪਿੰਡ ਦਾ ਨਾਮ ਪਿੱਛੇ ਕਿਉਂ ਲਗਾਉਂਦੀ ਹੈ। ਇਹਨਾਂ ਨੇ ਇੱਥੇ ਆ ਕੇ ਵੀ ਮੈਨੂੰ ਇਹ ਨਹੀਂ ਕਿਹਾ ਵੀ ਹਰਪ੍ਰੀਤ ਕੌਰ ਪਟਿਆਲਾ ਕਰ ਲਓ ਜੀ, ਕਿਉਂਕਿ ਅਖਬਾਰਾਂ ਦੇ ਵਿੱਚ ਵੀ ਜੋ ਕਹਾਣੀਆਂ ਛਪਦੀਆਂ ਨੇ ਜਾਂ ਆਰਟੀਕਲ ਛਪਦੇ ਨੇ ਜੀ, ਉਹਨਾਂ ਵਿੱਚ ਹੀ ਮੇਰਾ ਨਾਮ ਹੈ ਜੋ ਹਰਪ੍ਰੀਤ ਕੌਰ ਘੁੰਸ ਚੱਲਦਾ। ਤੇ ਇਹ ਮੇਰੀ ਸੋਚ ਹੈ ਵੀ ਜੀਵਨ ਭਰ ਮੇਰਾ ਨਾਮ ਹੈ ਜੋ ਹਰਪ੍ਰੀਤ ਕੌਰ ਘੁੰਸ ਹੀ ਚੱਲੂਗਾ। ਹਰਪ੍ਰੀਤ, ਤੁਹਾਡੀ ਗੱਲ ਤੋਂ ਮੈਨੂੰ ਇੱਕ ਗੱਲ ਯਾਦ ਆਈ। ਮੈਂ ਤੁਹਾਡੇ ਨਾਲ ਆਪਣਾ ਇੱਕ ਕਿੱਸਾ ਸਾਂਝਾ ਕਰਦੀ ਹਾਂ ਕਿ ਮੈਂ ਵਿਆਹ ਤੋਂ ਪਹਿਲਾਂ ਵੀ ਰਣਦੀਪ ਪੰਧੀਰ ਸੀ। ਅੱਛਾ ਜੀ। ਵਿਆਹ ਤੋਂ ਬਾਅਦ ਵੀ ਮੈਂ ਰਣਦੀਪ ਪੰਧੀਰ ਹਾਂ। ਬਹੁਤ ਖੁਸ਼ੀ ਹੋਈ ਜੀ, ਫਿਰ ਤਾਂ ਇੱਕੋ ਜਿਹੇ ਮਿਲੇ ਆਪਾਂ। ਸਿਰਫ ਮੁੰਡਾ ਹੀ ਕਿਉਂ, ਤੇ ਉਹਦਾ ਕਹਿੰਦੇ ਜਿਹੜਾ ਨਾਮ ਹੈ ਜਾਂ ਉਹ ਹੈ, ਸਿਰਫ ਮੁੰਡਾ ਹੀ ਕਿਉਂ ਅੱਗੇ ਲੈ ਕੇ ਚੱਲੇ, ਅਸੀਂ ਆਪਣੀ ਪਹਿਚਾਣ ਕਿਉਂ ਖੋਈਏ। ਹਾਂਜੀ,
ਸਾਡੀ ਇੱਕ ਜਦੋਂ ਪਹਿਚਾਣ ਹੈ ਸਮਾਜ ਦੇ ਹਾਂਜੀ। ਵਿੱਚ, ਇੱਕ ਨਾਮ ਜਿਵੇਂ ਤੁਹਾਡਾ ਹੁਣ ਹਰਪ੍ਰੀਤ ਕੌਰ ਖੁੰਸ ਹੈ ਨਾ, ਹਾਂਜੀ। ਤੇ ਤੁਹਾਡਾ ਇੱਕ ਪਹਿਚਾਣ ਹੈ ਬਿਲਕੁਲ ਜੀ। ਹਰਪ੍ਰੀਤ ਕੌਰ ਪਟਿਆਲਾ, ਲੋਕੀ ਤਾਂ ਉਲਝ ਜਾਣਗੇ ਕਿ ਨਵਾਂ ਪਾਤਰ ਕੌਣ ਆ ਗਿਆ, ਹਾਂਜੀ। ਹਨਾ। ਤਾਂ ਇਸ ਲਈ ਇਹ ਮੈਨੂੰ ਲੱਗਦਾ ਹੈ ਕਿ ਇਹ ਜਿਹੜੀ ਪਿਰਤ ਮੈਂ ਜਾਂ ਤੁਸੀਂ ਉਹ ਕੀਤੀ ਹੋਈ ਹੈ ਨਾ, ਹਾਂਜੀ। ਇਹ ਅੱਗੇ ਇਸੇ ਤਰ੍ਹਾਂ ਚੱਲਣੀ ਚਾਹੀਦੀ ਹੈ। ਬਿਲਕੁਲ ਜੀ। ਜੀ। ਤੇ ਫਿਰ ਵਿਆਹ ਕਦੋਂ ਹੋਇਆ? ਵਿਆਹ ਮੇਰਾ 7 ਦਸੰਬਰ 2020 ਨੂੰ ਹੋਇਆ ਜੀ। ਜੀ। ਹੁਣੇ ਹਲੇ ਥੋੜੇ ਮਹੀਨੇ ਹੀ ਥੋੜੇ ਮਹੀਨੇ ਪਹਿਲਾਂ ਹੋਇਆ ਜੀ। ਜੀ। ਤੇ ਕਿੱਥੋਂ ਪੜ੍ਹਾਈ ਕੀਤੀ ਤੁਸੀਂ? ਮੈਂ ਆਪਣੀ 10ਵੀਂ ਪਿੰਡ ਘੁੰਸ ਤੋਂ ਹੀ ਜੀ ਕੀਤੀ ਹੈ। 11ਵੀਂ ਕਲਾਸ ਤੋਂ ਲੈ ਕੇ BA ਤੱਕ ਮੈਂ ਆਪਣੀ ਸਟੱਡੀ MJD ਕਾਲਜ ਤਪਾ ਤੋਂ ਕੀਤੀ ਹੈ ਜੀ। ਇਹ ਤੋਂ ਬਾਅਦ ਮੈਂ B.Ed ਕੀਤੀ ਹੈ ਜੀ ਬਰਨਾਲਾ ਤੋਂ। ਇਸ ਤੋਂ ਬਾਅਦ ਜੀ ਮੇਰੀ ਵਿੱਚ ਦੀ MA ਹਿੰਦੀ ਤੇ ਇਹ ਤੋਂ ਬਾਅਦ MA ਇੰਗਲਿਸ਼ ਵੀ ਹੋਈ ਸੀ ਜੀ, ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਹੋਈ ਹੈ ਜੀ। ਤੇ ਹੁਣੇ ਮੈਂ CC ਥਰੂ ਦੇ ਰਾਹੀਂ ਜਿਹੜੀ ਕੀਤੀ ਹੈ ਆਪਣੀ ਜਰਨਲਿਜ਼ਮ ਕੰਪਲੀਟ ਕੀਤੀ ਹੈ ਜੀ 2021 ਦੇ ਵਿੱਚ। ਜੀ। ਪਰਿਵਾਰ ਦੇ ਵਿੱਚ ਕਿਸੇ ਨੂੰ ਹੋਰ ਵੀ ਸ਼ੌਂਕ ਸੀ ਲਿਖਣੀ ਦਾ ਜਾਂ ਨਹੀਂ ਜੀ? ਕਿਸੇ ਨੂੰ ਨਹੀਂ? ਕਿਸੇ ਨੂੰ ਨਹੀਂ ਸੀ ਜੀ। ਤੇ ਜਦੋਂ ਲਿਖਣਾ ਸ਼ੁਰੂ ਕੀਤਾ, ਹਾਂਜੀ, ਕਿਸ ਤਰ੍ਹਾਂ ਦੀ ਰਾਏ ਸੀ ਉਹਨਾਂ ਦੀ? ਅਸਲ ਦੇ ਵਿੱਚ ਜੀ ਮੇਰੇ ਮਾਤਾ ਜੀ ਦੀ ਰਾਏ ਥੋੜੀ ਜ਼ਿਆਦਾ ਠੀਕ ਨਹੀਂ ਸੀ ਜੀ, ਕਿਉਂਕਿ ਉਹਨਾਂ ਨੂੰ ਇਹ ਨਹੀਂ ਸੀ ਲੱਗਦਾ ਵੀ ਬੁਰਾ ਨਹੀਂ ਸੀ ਲੱਗਦਾ, ਪਰ ਉਹਨਾਂ ਨੂੰ ਇਹ ਲੱਗਦਾ ਸੀ ਵੀ ਇਹ ਫਾਲਤੂ ਦੇ ਕੰਮ ਨੇ, ਇਹਨਾਂ ਕੰਮਾਂ ਦੇ ਵਿੱਚ ਕੋਈ ਫਾਇਦਾ ਨਹੀਂ ਹੋਣ ਵਾਲਾ, ਵੀ ਐਵੇਂ ਲੱਗੇ ਰਹੋ। ਮੇਰੇ ਇੱਕ ਗੱਲ ਯਾਦ ਹੈ ਜੀ, ਮੇਰੇ MA ਇੰਗਲਿਸ਼ ਦੇ ਐਗਜ਼ਾਮ ਹੋਣੀ ਸੀ ਜੀ। ਮੈਂ ਬਠਿੰਡੇ ਆਪਣੀ ਇੱਕ ਫਰੈਂਡ ਕੋਲ ਗਈ ਤਾਂ ਉਹਨਾਂ ਨੇ ਉੱਥੇ ਸਪੈਸ਼ਲ ਫੋਨ ਕਰਕੇ ਕਿਹਾ ਵੀ ਇਹਦੀਆਂ ਕਾਪੀਆਂ ਚੈੱਕ ਕਰ ਲਿਓ ਵੀ ਕਿਤੇ ਇਹ ਪੜ੍ਹ ਰਹੀ ਹੈ ਕਿ ਕਿਤੇ ਕੋਈ ਬੈਠੀ ਕਵਿਤਾ ਤਾਂ ਨਹੀਂ ਲਿਖੀ ਜਾ ਰਹੀ ਜੀ। ਕਿਉਂਕਿ ਉਹਨਾਂ ਨੂੰ ਥੋੜਾ ਸੀ ਵੀ ਸਮਾਂ ਵੀ ਜ਼ਿਆਦਾ ਪੜ੍ਹਾਈ ਨੂੰ ਦਿੱਤਾ ਜਾਵੇ। ਪਰ ਹੁਣ ਜਦੋਂ ਉਹ ਅਖਬਾਰ ਦੇ ਵਿੱਚ ਨਾਮ ਪੜ੍ਹਦੇ ਨੇ ਜੀ ਮੇਰਾ ਜਾਂ ਆਸੇ-ਪਾਸੇ ਸਾਰੇ ਪਿੰਡ ਦੇ ਵਿੱਚ ਗੱਲ ਇਹ ਹੈ ਵੀ ਉਹਨਾਂ ਦੀ ਕੁੜੀ ਲਿਖਦੀ ਹੈ, ਤਾਂ ਬਾਹਰ ਅੰਦਰ ਜਦੋਂ ਸੁਣਦੇ ਨੇ ਤਾਂ ਉਹ ਬੜੇ ਖੁਸ਼ ਹੁੰਦੇ ਆ। ਹੁਣ ਉਹ ਬਿਲਕੁਲ ਨਾਰਮਲ ਨੇ ਜੀ, ਖੁਸ਼ ਨੇ ਜੀ, ਬਿਲਕੁਲ ਸਾਰੇ ਹੀ ਬਹੁਤ ਖੁਸ਼ ਨੇ ਜੀ ਮੇਰੇ ਲਿਖਣ ਤੋਂ। ਮੈਨੂੰ ਲੱਗਦਾ ਨਾ ਹਰਪ੍ਰੀਤ, ਕਿਤੇ ਨਾ ਕਿਤੇ ਜਦੋਂ ਅਸੀਂ ਔਰਤਾਂ ਦੀ ਗੱਲ ਕਰਦੇ ਹਾਂ, ਕੁੜੀਆਂ ਦੀ, ਤਾਂ ਇਹ ਰੋਕਣ ਦਾ ਇੱਕ ਕਾਰਨ ਇਹ ਵੀ ਹੁੰਦਾ ਨਾ ਕਿ ਜਿਵੇਂ ਇੱਕ ਸ਼ਾਇਰ ਨੇ ਲਿਖਿਆ ਕਿ ਉਹ ਔਰਤਾਂ ਜੋ ਲਿਪਸਟਿਕ ਨਹੀਂ ਲਾਉਂਦੀਆਂ, ਜੋ ਆਪਣੇ ਪਰਸ 'ਚ ਕੰਘੇ ਨਹੀਂ ਰੱਖਦੀਆਂ, ਬਿਲਕੁਲ ਜੀ, ਉਹ ਵਧੇਰੇ ਖਤਰਨਾਕ ਹੁੰਦੀਆਂ ਬਿਲਕੁਲ ਜੀ ਬਾਕੀ ਔਰਤਾਂ ਨਾਲੋਂ। ਉਹ ਔਰਤਾਂ ਜਿਨ੍ਹਾਂ ਦੇ ਕੋਲ, ਜਿਨ੍ਹਾਂ ਦੇ ਹੱਥਾਂ 'ਚ ਕਿਤਾਬਾਂ ਤੇ ਪੈਨ ਹੁੰਦੇ ਨੇ। ਬਿਲਕੁਲ ਜੀ, ਬਿਲਕੁਲ। ਇਹ ਇੱਕ ਜਿਹੜੀ ਸੋਚ ਬਣੀ ਹੋਈ ਹੈ ਨਾ ਕਿ ਜਿਵੇਂ ਅਸੀਂ ਕਹਿੰਦੇ ਹਾਂ ਕਿ ਮੈਂ ਕਿਸੇ ਵੇਲੇ ਮੈਂ ਖੁਦ ਲਿਖਿਆ ਸੀ ਕਿ ਸਭ ਕਹਿੰਦੇ ਨੇ ਖਾਮੋਸ਼ ਕਿਉਂ ਹੈ, ਹਾਂਜੀ, ਤੇ ਕਈ ਕਹਿੰਦੇ ਨੇ ਤੇਰੀਆਂ ਅੱਖਾਂ ਬੋਲਦੀਆਂ। ਮੈਂ ਅੱਖਾਂ ਬੰਦ ਕਰਦੀਆਂ ਸਹਿਮ ਕੇ। ਕਿਸੇ ਕੁੜੀ ਦਾ ਸਭ ਤੋਂ ਵੱਡਾ ਗੁਨਾਹ ਹੁੰਦਾ ਹੈ ਉਹਦੀਆਂ ਨਜ਼ਰਾਂ ਦਾ ਬੋਲਣਾ। ਬਹੁਤ ਵਧੀਆ। ਤੇ ਇਹ ਜਿਹੜੀਆਂ ਚੀਜ਼ਾਂ ਕਿ ਕਿਉਂ ਸਾਨੂੰ ਇਸ ਤਰ੍ਹਾਂ ਨਾ, ਜਿਵੇਂ ਕਈ ਵਾਰ ਮੈਨੂੰ ਲੱਗਦਾ ਹੁੰਦਾ ਕਿ ਅਸੀਂ ਛੋਟੀਆਂ ਚੀਜ਼ਾਂ ਲਈ ਅਸੀਂ ਨਾ ਆਪਣੇ ਆਪ ਨੂੰ ਆਪੇ ਅਸੀਂ ਅਧੀਨਗੀ ਜਿਹੀ ਦਿੱਤੀ ਹੋਈ ਹੈ। ਹਾਂਜੀ। ਕਿ ਅਸੀਂ ਪਹਿਲੀ ਗੱਲ ਤਾਂ ਜਿਵੇਂ ਅਸੀਂ ਕਹਿੰਦੇ ਨਾ ਕਿ ਔਰਤ ਖੁਦ ਹੀ ਬਰਾਬਰੀ ਨਹੀਂ ਕਰਨਾ ਚਾਹੁੰਦੀ। ਬਿਲਕੁਲ ਜੀ, ਬਿਲਕੁਲ। ਤੇ ਅਸੀਂ ਘਰੇ ਜਾ ਕੇ ਘਰਦਿਆਂ ਲਈ ਖਾਣਾ ਵੀ ਬਣਾਇਆ ਜਾਂ ਕੁਝ ਕੀਤਾ। ਘਰ ਦੇ ਇਹ ਚੀਜ਼ ਸਾਨੂੰ ਨਹੀਂ ਪਤਾ ਕਿ ਸੋਚਦੇ ਨੇ ਕਿ ਨਹੀਂ, ਕਿ ਮੈਂ ਕਿੰਨਾ ਕਿਸਮਤ ਵਾਲਾ ਕਿ ਜਿਹੜੀ ਮੇਰੀ ਪਤਨੀ ਹੈ ਉਹ ਬਾਹਰ ਵੀ ਕੰਮ ਕਰ ਰਹੀ ਹੈ ਤੇ ਘਰੇ ਵੀ ਕੰਮ ਕਰ ਰਹੀ ਹੈ। ਪਰ ਜੇ ਪਤੀ ਖਾਣਾ ਬਣਾ ਦੇ, ਅਸੀਂ ਕਹਿੰਦੇ ਹਾਂ ਕਿ ਅਸੀਂ ਕਿੰਨੀਆਂ ਕਿਸਮਤ ਵਾਲੀਆਂ, ਇਹਨਾਂ ਨੇ ਖਾਣਾ ਬਣਾਤਾ। ਬਿਲਕੁਲ ਜੀ, ਬਿਲਕੁਲ। ਹੁਣ ਇਸ ਗੱਲ ਲਈ ਖੁਸ਼ਕਿਸਮਤੀ ਪਤਨੀ ਵੀ ਤਾਂ ਹੋਣੀ ਚਾਹੀਦੀ ਹੈ ਨਾ ਕਿ ਜੇ ਇਹਦਾ ਕੰਮ ਖਾਣਾ ਬਣਾਉਣਾ ਹੀ ਹੈ ਉਹਨਾਂ ਦੀ ਭਾਸ਼ਾ ਦੇ ਵਿੱਚ, ਤੇ ਫਿਰ ਇਹ ਬਾਹਰ ਵੀ ਕਮਾ ਰਹੀ ਹੈ ਤੇ ਮੈਂ ਕਿੰਨਾ ਖੁਸ਼ਕਿਸਮਤ ਹਾਂ ਕਿ ਇਹ ਕਮਾ ਵੀ ਰਹੀ ਹੈ। ਬਿਲਕੁਲ ਜੀ। ਹੁਣ ਇੱਕ ਮਰਦ ਚਾਹੇ ਇਹ ਗੱਲ ਕਦੇ ਨਾ ਕਹੇ, ਪਰ ਅਸੀਂ ਆਪਣੇ ਆਪ ਨੂੰ ਉਦੋਂ ਹੀ ਜਿਹੜਾ ਹੈਗਾ ਉਸ ਲੈਵਲ ਤੇ ਲੈ ਗਏ ਕਿ ਹਾਂ ਮੈਂ ਕਿੰਨੀ ਕਿਸਮਤ ਵਾਲੀ ਹਾਂ। ਬਿਲਕੁਲ ਲੈ ਜਾਂਦੀ ਹੈ ਨਾ, ਕਿਉਂਕਿ ਔਰਤਾਂ ਜਿਹੜੀਆਂ ਨੇ, ਇੱਕ ਅੰਗਰੇਜ਼ ਫਿਲਾਸਫਰ ਨੇ ਲਿਖਿਆ ਵੀ ਹੈ ਕਿ ਔਰਤਾਂ ਜਿਹੜੀਆਂ ਨੇ ਉਹ ਮਰਦ ਤੋਂ, ਔਰਤ ਨੂੰ ਕੋਈ ਸਾਬਿਤ ਕਰਨ ਦੀ ਜ਼ਰੂਰਤ ਨਹੀਂ ਹੈ ਕਿ ਉਹ ਅੱਗੇ ਹੈ। ਔਰਤ ਮਰਦ ਦੇ ਅੱਗੇ ਹੈ ਤੇ ਉਹ ਹਮੇਸ਼ਾ ਤੋਂ ਹੈ ਤੇ ਰਹੇਗੀ। ਬਿਲਕੁਲ ਜੀ। ਤੇ ਇਹ ਚੀਜ਼ਾਂ ਜਿਹੜੀਆਂ ਨੇ ਉਹ ਹਰ ਔਰਤ ਜਿੰਨੀ ਜਲਦੀ ਸਮਝ ਲੇ, ਕਿਉਂਕਿ ਵੈਸੇ ਵੀ ਅਸੀਂ ਕਹਿੰਦੇ ਹਾਂ ਕਿ ਸਾਹਿਤ ਸਮਾਜ ਦਾ ਦਰਪਣ ਹੁੰਦਾ ਹੈ। ਜੋ ਕੁਝ ਸਮਾਜ ਦੇ ਵਿੱਚ ਹੋ ਰਿਹਾ ਹੈ, ਕੋਈ ਵੀ ਸਾਹਿਤਕਾਰ ਜਿਹੜਾ ਕਿਸੇ ਰੂਪ ਦੇ ਵਿੱਚ ਵੀ, ਚਾਹੇ ਕਵਿਤਾ ਹੈ, ਕਹਾਣੀ ਹੈ, ਨਾਵਲ ਹੈ, ਕਿਸੇ ਵੀ ਰੂਪ 'ਚ, ਤਾਂ ਉਹ ਉਸੇ ਤਰ੍ਹਾਂ ਉਹ ਕਰਦਾ ਹੈ, ਲਿਖਦਾ ਜੋ ਕੁਝ ਸਮਾਜ 'ਚ ਵਾਪਰ ਰਿਹਾ, ਜਾਂ ਉਹਦੀ ਹੱਡ ਬੀਤੀ ਹੁੰਦੀ ਹੈ, ਜਗ ਬੀਤੀ। ਤੁਸੀਂ ਆਪਣੀ ਕੋਈ ਰਚਨਾ ਸਾਡੇ ਨਾਲ ਸਾਂਝੀ ਕਰੋ। ਹਾਂਜੀ, ਮੈਂ ਆਪਣੀ ਜੋ ਰਚਨਾ ਅੱਜ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀ ਹਾਂ ਜੀ,
ਉਹ ਗਰੀਬੀ ਦਾ ਜੀਵਨ ਜਿਉਂ ਰਹੇ ਲੋਕਾਂ ਵੱਲੋਂ, ਇੱਕ ਸਹੀ ਰੂਪ ਦੇ ਵਿੱਚ ਜੀਵਨ ਜਿਉਂ ਰਹੇ ਲੋਕ ਨੇ ਜੋ ਉਹਨਾਂ ਨੂੰ ਇੱਕ ਗੁੱਸੇ ਵਿੱਚ ਜਾਂ ਦੁਖੀ ਮਨ ਦੇ ਨਾਲ ਆਪਣੇ ਭਾਵ ਇਸ ਲਈ ਪ੍ਰਗਟ ਕੀਤੇ ਜਾਂਦੇ ਨੇ ਕਿਉਂਕਿ ਉਹਨਾਂ ਲੋਕਾਂ ਵੱਲੋਂ ਉਹਨਾਂ ਗਰੀਬ ਬਸਤੀ ਵਾਲਿਆਂ ਨੂੰ ਜਾਂ ਕਾਗਜ਼ ਚੱਕਣ ਵਾਲਿਆਂ ਨੂੰ ਬੜੀ ਹੀ ਘਿਰਣਾ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ। ਤਾਂ ਉਹ ਦੱਸਦੇ ਨੇ ਵੀ ਇਹਦੇ ਵਿੱਚ ਸਾਡਾ ਕੋਈ ਦੋਸ਼ ਨਹੀਂ। ਉਸ ਸੰਬੰਧਿਤ ਜਿਹੜੀ ਮੇਰੀ ਹੈ ਜੀ ਅੱਜ ਦੀ ਕਵਿਤਾ ਜੀ, ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਮੈਂ ਪੇਸ਼ ਕਰਦੀ ਹਾਂ। ਜ਼ਰੂਰ। ਮਿਹਰਬਾਨੀ ਜੀ। ਕਵਿਤਾ ਦੇ ਬੋਲ ਨੇ ਕਿਹੀ ਜ਼ਿੰਦਗੀ। ਨਾ ਕੋਠੀਆਂ ਕਾਰਾਂ ਮੰਗ ਸਾਡੀ, 2 ਵਕਤ ਦੀ ਰੋਟੀ ਚਾਹੁੰਦੇ ਹਾਂ। ਕਦੇ ਵੇਖ ਲਿਓ ਆ ਕੇ ਦਰ ਸਾਡੇ, ਅਸੀਂ ਕਿਹੀ ਜ਼ਿੰਦਗੀ ਜਿਉਂਦੇ ਹਾਂ। ਲੋਕ ਵੇਖ ਕੇ ਤਿਉੜੀ ਪਾ ਲੈਂਦੇ, ਅਸੀਂ ਬਾਬੂ ਜੀ ਆਖ ਬੁਲਾਉਂਦੇ ਹਾਂ। ਸਾਨੂੰ ਨੀਵੇਂ ਜਾਣਨ ਵਾਲਿਆਂ ਨੂੰ ਤੁਹਾਨੂੰ ਉੱਚੇ ਹੀ ਅਸੀਂ ਬਣਾਉਂਦੇ ਹਾਂ। ਸਾਨੂੰ ਨੀਵੇਂ ਜਾਣਨ ਵਾਲਿਆਂ ਨੂੰ ਤੁਹਾਨੂੰ ਉੱਚੇ ਹੀ ਅਸੀਂ ਬਣਾਉਂਦੇ ਹਾਂ। ਲੋਕਾਂ ਦੇ ਬੱਚੇ ਹਾਣੀ ਸਿੱਖਿਆ ਦੇ, ਸਕੂਲ ਸਾਡਿਆਂ ਵੇਖਿਆ ਨਾ। ਲੋਕਾਂ ਦੇ ਬੱਚੇ ਹਾਣੀ ਸਿੱਖਿਆ ਦੇ, ਸਕੂਲ ਸਾਡਿਆਂ ਵੇਖਿਆ ਨਾ। ਅਸੀਂ ਫਸੇ ਗਰੀਬੀ ਦਲਦਲ 'ਚ, ਖੁਸ਼ੀਆਂ ਦਾ ਸੂਰਜ ਸੇਕਿਆ ਨਾ। ਸਾਡੀ ਰੁਲਦੇ ਫਿਰਦੇ ਕਾਨਿਆਂ ਦੀ ਭਲਾ ਕਿਹੜੀ ਹੋਈ ਪ੍ਰੀਖਿਆ ਨਾ। ਸਾਨੂੰ ਕਾਹਤੋਂ ਸਿਰਜਣਹਾਰੇ ਨੇ ਇੱਕ ਧਾਗੇ ਵਾਂਗੂ ਏਕਿਆ ਨਾ। ਸਾਨੂੰ ਕਾਹਤੋਂ ਸਿਰਜਣਹਾਰੇ ਨੇ ਇੱਕ ਧਾਗੇ ਵਾਂਗੂ ਏਕਿਆ ਨਾ। ਵਾਹ। ਤੁਹਾਡੇ ਬੱਚਿਆਂ ਦੇ ਜੇਬ ਖਰਚ ਜਿੰਨੀ, ਤੁਹਾਡੇ ਬੱਚਿਆਂ ਦੇ ਜੇਬ ਖਰਚ ਜਿੰਨੀ ਸਾਡੇ ਦਿਨ ਦੀ ਕਮਾਈ ਹੁੰਦੀ ਹੈ। ਇਲਾਜ ਥੋੜੋਂ ਆਪਣੇ ਮਰ ਜਾਂਦੇ, ਖਰਚੀ ਜੋੜੀ ਪਾਈ ਹੁੰਦੀ ਹੈ। ਅਸੀਂ ਕੁੱਲੀ ਮਸਾਂ ਬਚਾਉਂਦੇ ਹਾਂ, ਬਰਸਾਤਾਂ ਝੜੀ ਜਦ ਲਾਈ ਹੁੰਦੀ ਹੈ। ਸਾਡੀ ਕੁੱਪ ਹਨੇਰ ਤੂਫਾਨਾਂ 'ਚ ਜਾਨ ਮੁੱਠੀ 'ਚ ਆਈ ਹੁੰਦੀ ਹੈ। ਸਾਡੀ ਕੁੱਪ ਹਨੇਰ ਤੂਫਾਨਾਂ 'ਚ ਜਾਨ ਮੁੱਠੀ 'ਚ ਆਈ ਹੁੰਦੀ ਹੈ। ਤੁਸੀਂ ਭਿਖਾਰੀ ਅੰਦਰ ਦੀਵਾਰਾਂ ਦੇ, ਤੁਸੀਂ ਭਿਖਾਰੀ ਅੰਦਰ ਦੀਵਾਰਾਂ ਦੇ, ਅਸੀਂ ਭਿਖਾਰੀ ਸਟੇਸ਼ਨ ਅੱਡਿਆਂ 'ਚ। ਸਾਡਾ ਗੂੜੀ ਨੀਂਦੇ ਰੱਬ ਸੁੱਤਾ, ਅਸੀਂ ਮੰਗਦੇ ਬੱਸਾਂ ਗੱਡੀਆਂ 'ਚ। ਹਰ ਸਿਆਲ ਜਿਸਮ ਦਾ ਸਾਥੀ ਹੈ, ਬੈਠੀ ਧੁੱਪ ਕਹਿਰ ਦੀ ਹੱਡੀਆਂ 'ਚ। ਜੱਗ ਤੇ ਆਏ ਨਾ ਆਏ ਇੱਕ ਜਾਪੇ, ਜੱਗ ਤੇ ਆਏ ਨਾ ਆਏ ਇੱਕ ਜਾਪੇ। ਬੜਾ ਦਰਦ ਹੈ ਆਸਾਂ ਛੱਡੀਆਂ 'ਚ, ਬੜਾ ਦਰਦ ਹੈ ਆਸਾਂ ਛੱਡੀਆਂ 'ਚ। ਧੰਨਵਾਦ ਜੀ। ਹਰਪ੍ਰੀਤ, ਇੰਨਾ ਦਰਦ ਕਿੱਥੋਂ ਇਕੱਠਾ ਹੋਇਆ ਅੰਦਰ? ਹਾਂਜੀ, ਜਿਵੇਂ ਇਹ ਘਟਨਾ ਹੈ ਜੀ, ਜਦੋਂ ਮੈਂ ਸਰਵਿਤਕਾਰੀ ਵਿੱਦਿਆ ਮੰਦਿਰ ਤਪਾ ਵਿਖੇ ਪੜ੍ਹਾਉਂਦੀ ਸੀ ਜੀ, ਅੱਜ ਤੋਂ 5-6 ਸਾਲ ਪਹਿਲਾਂ ਦੀ ਗੱਲ ਹੈ ਜੀ। ਤਾਂ ਜਿਵੇਂ ਹੀ ਮੈਂ ਉਹ ਬੱਚੇ ਦੇਖਣੇ ਜਾਂ ਸਾਡੇ ਸੰਸਕਾਰ ਕੇਂਦਰ ਹੁੰਦੇ ਉੱਥੇ ਦੇਖਣੇ, ਤੇ ਜਦੋਂ ਮੈਂ ਉਹਨਾਂ ਨੂੰ ਉਸ ਰੂਪ 'ਚ ਕੰਮ ਕਰਦੇ ਦੇਖਦੀ ਤਾਂ ਉਹ ਕਈ ਵਾਰ ਇੱਧਰ ਸਾਡੇ ਸਕੂਲ ਵੱਲ ਐਂ ਝਾਕ ਕੇ ਲੰਘਦੇ, ਵੇਖ ਕੇ ਲੰਘਦੇ। ਤਾਂ ਮੈਂ ਸੋਚਿਆ ਵੀ ਇਹਨਾਂ ਦੇ ਮਨ ਦੇ ਵਿੱਚ ਚੱਲ ਕੀ ਰਿਹਾ ਹੋਣਾ। ਤਾਂ ਉਸ ਸੰਬੰਧਿਤ ਇਹ ਜਿਹੜੀ ਹੈ ਜੀ ਰਚਨਾ ਤਾਂ ਤੁਹਾਡੇ ਸਾਹਮਣੇ ਹੈ ਜੀ। ਵਾਹ। ਕਹਿੰਦੇ ਨੇ ਕਿ ਅੱਜ ਬਹੁਤ ਕੁਝ ਕਹਿਣ ਨੂੰ ਮਨ ਕਰ ਰਿਹਾ ਹੈ, ਤਾਂ ਹੀ ਚੁੱਪ ਰਹਿਣ ਨੂੰ ਮਨ ਕਰ ਰਿਹਾ ਹੈ। ਬਿਲਕੁਲ ਜੀ। ਕਦੇ ਕਦੇ ਸਾਨੂੰ ਲੱਗਦਾ ਕਿ ਸਾਡੇ ਕੋਲ ਸ਼ਬਦ ਮੁੱਕ ਗਏ ਨੇ ਜੀ, ਕਿ ਕਿਉਂਕਿ ਇੱਕ ਵਾਰ ਮੈਂ ਲਿਖਿਆ ਸੀ ਕਿ ਦਰਦ ਜਦੋਂ ਬਣਦਾ ਏ ਤਾਂ ਉਹ ਚੀਖ ਨਹੀਂ ਬਣਦਾ, ਚੀਖ ਨਹੀਂ ਬਣਦਾ, ਹੌਕਾ ਬਣ ਜਾਂਦਾ ਏ। ਹੌਕਾ ਬਣ ਜਾਂਦਾ। ਚੀਖਾਂ ਤਾਂ ਬਹੁਤ ਪੈਂਦੀਆਂ ਨੇ ਖਾਮੋਸ਼ ਮਨ ਅੰਦਰ, ਖਾਮੋਸ਼ ਮਨ, ਪਰ ਆਵਾਜ਼ ਨਹੀਂ ਆਉਂਦੀ। ਆਵਾਜ਼ ਨਹੀਂ। ਉਹ ਸਿਮਟ ਜਾਂਦੀ ਹੈ ਕੈਦੀ ਰੂਹ ਦੀਆਂ ਦੀਵਾਰਾਂ 'ਚ। ਬਹੁਤ ਵਧੀਆ। ਜੇ ਰੂਹ ਹੁੰਦੀ ਹੈ ਹਵਾ ਤਾਂ ਮੇਰੀ ਤਾਂ ਹਰ ਤਹਿ ਜ਼ਖਮੀ ਹੈ। ਬਸ ਕਰੋ ਇਹ ਸਿਤਮ, ਮੈਨੂੰ ਹੋਰ ਨਾ ਸਤਾਓ। ਕਿਉਂਕਿ ਜਦੋਂ ਦਰਦ ਵੱਧਦਾ ਹੈ ਤਾਂ ਚੀਖ ਨਹੀਂ ਬਣਦਾ, ਖਾਮੋਸ਼ ਕਾਗਜ਼ ਦੀ ਹਿੱਕ ਤੇ ਉਤਰਦਾ ਏ। ਤੁਹਾਡੇ ਲਈ ਕਵਿਤਾ ਜਾਂ ਗਜ਼ਲ ਬਣਦਾ ਏ, ਮੇਰੇ ਲਈ ਮੇਰੀ ਚੁੱਪ ਦਾ ਬਦਲ ਬਣਦਾ ਏ। ਕਿਉਂਕਿ ਜਦੋਂ ਦਰਦ ਵੱਧਦਾ ਏ ਕਵਿਤਾ ਨਹੀਂ ਬਣਦਾ, ਖਾਮੋਸ਼ ਰੂਹ ਦਾ ਕਤਲ ਬਣਦਾ ਏ। ਕਈ ਵਾਰ ਬਹੁਤ ਚੀਜ਼ਾਂ ਜਿਹੜੀਆਂ ਸਾਡੇ ਮਨ ਅੰਦਰ ਚੱਲਦੀਆਂ ਹੁੰਦੀਆਂ, ਬਹੁਤ ਸਾਰੇ ਵਲਵਲੇ ਸਾਡੇ ਮਨ ਅੰਦਰ ਹੁੰਦੇ ਆ, ਤੇ ਸਾਨੂੰ ਲੱਗਦਾ ਕਿ ਇਹ ਗੱਲ ਨਾ ਸ਼ਬਦਾਂ 'ਚ ਨਹੀਂ ਆਖੀ ਜਾ ਸਕਦੀ। ਕਈ ਵਾਰ ਅਸੀਂ ਇੱਕ ਜਿਹੜੀ ਕਿਸੇ ਦੀ ਨਜ਼ਰ ਹੈ ਨਾ, ਉਹ 1000 ਸ਼ਬਦ ਬਿਆਨ ਕਰ ਦਿੰਦੀ ਹੈ। ਤੇ ਇਹ ਜਿਹੜੇ ਮੈਨੂੰ ਲੱਗਦਾ ਕਿ ਬਹੁਤ ਸੂਖਮ ਮਨ ਵਾਲੇ ਲੋਕ ਹੁੰਦੇ ਆ ਜਿਹੜੇ ਲਿਖਦੇ ਨੇ ਜਾਂ ਉਹ ਕਰਦੇ ਨੇ, ਕਿ ਅਸੀਂ ਲੋਕ ਜਿਹੜੇ ਇਸ ਤਰ੍ਹਾਂ ਦੇ ਹੁੰਦੇ ਆ ਨਾ, ਇਹ ਗੱਲ ਮੈਂ ਨਹੀਂ ਕਹਿ ਰਹੀ, ਇਹ ਜਦੋਂ ਅਸੀਂ ਜਿਹੜੀ ਮਨੋਵਿਗਿਆਨ ਨੂੰ ਪੜ੍ਹਦੇ ਹਾਂ, ਉਹ ਕਹਿੰਦੇ ਕਿ ਇਸ ਤਰ੍ਹਾਂ ਦੇ ਲੋਕ ਜਿਹੜੇ ਆ ਉਹ ਵਧੇਰੇ ਦੁਖੀ ਰਹਿੰਦੇ ਆ, ਕਿਉਂਕਿ ਅਸੀਂ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਮਹਿਸੂਸ ਕਰਦੇ ਹਾਂ। ਦੂਸਰੇ ਦਾ ਦੁੱਖ ਸਾਨੂੰ ਆਪਣਾ ਦੁੱਖ ਲੱਗਦਾ। ਤਾਂ ਇਸ ਤਰ੍ਹਾਂ ਦਾ ਕੋਈ ਤੁਹਾਡੇ ਨਾਲ ਹੋਇਆ ਤਾਂ ਪਲੀਜ਼ ਸਾਡੇ ਨਾਲ ਸਾਂਝਾ ਕਰੋ। ਹਾਂਜੀ,
ਜਿਵੇਂ ਮੇਰਾ ਥੋੜਾ ਪਿੰਡ ਨਾਲ ਵਾਹ ਵਾਸਤਾ ਜ਼ਿਆਦਾ ਰਿਹਾ, ਕਿਉਂਕਿ ਮੈਂ ਆਪਣਾ ਜ਼ਿਆਦਾ ਜੀਵਨ ਕੱਢਿਆ ਹੀ ਪਿੰਡ 'ਚ ਹੈ ਜੀ। 28 ਸਾਲ ਦਾ ਜੀਵਨ ਮੈਂ ਆਪਣਾ ਪਿੰਡ 'ਚ ਬਿਤਾਇਆ। ਪਰ ਜਦੋਂ ਵੀ ਪਿੰਡ 'ਚ ਜਾਂ ਆਸੇ-ਪਾਸੇ ਖਬਰਾਂ ਸੁਣਦੇ, ਉਹਦੇ ਵਿੱਚ ਔਰਤਾਂ ਤੇ ਜੋ ਜ਼ੁਲਮ ਹੁੰਦੇ, ਤਾਂ ਮੈਂ ਪੂਰੇ ਗੁੱਸੇ 'ਚ ਆ ਜਾਣਾ। ਹਾਲਾਂਕਿ ਮੈਂ ਬਹੁਤ ਹੀ ਸੌਫਟ ਨੇਚਰ ਦੀ ਹਾਂ ਜੀ। ਇੰਨਾ ਜ਼ਿਆਦਾ ਮੈਨੂੰ ਗੁੱਸਾ ਆਉਂਦਾ ਕਿ ਇਹ ਸਹਿਣ ਕਿਉਂ ਕਰ ਰਹੀਆਂ ਨੇ। ਮੈਂ ਇਹ ਨਹੀਂ ਕਹੂੰਗੀ ਹਰ ਜਗ੍ਹਾ ਤੇ ਮਰਦ ਗਲਤ ਹੁੰਦੇ ਨੇ ਵੀ ਔਰਤਾਂ ਨਹੀਂ, ਪਰ ਇੱਕ ਹੱਥ ਚੱਕਣਾ, ਇੱਕ ਜਾਨਵਰਾਂ ਵਾਂਗ ਕੁੱਟਣਾ, ਤਾਂ ਇਹ ਚੀਜ਼ਾਂ ਨੂੰ ਮੈਂ ਕਦੇ ਵੀ ਨਹੀਂ ਮੰਨਦੀ ਵੀ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ। ਤਾਂ ਜਦੋਂ ਮੈਂ ਇੱਕ ਯਾਦ ਆ ਮੇਰੀ ਇੱਕ ਘਟਨਾ ਇਹੋ ਜਿਹੀ ਧਿਆਨ 'ਚ ਆਈ ਮੇਰੇ, ਤਾਂ ਦੂਸਰੇ ਦਿਨ ਨੂੰ ਜਿਹੜਾ ਮੇਰਾ ਉਸ ਸੰਬੰਧਿਤ ਲੇਖ ਸੀਗਾ, ਕਿਉਂਕਿ ਦੇਖੋ ਜੀ ਆਪਾਂ ਕੀ ਕਰ ਸਕਦੇ ਹਾਂ, ਆਪਾਂ ਜੋ ਆਪਣੇ ਵਿੱਚ ਰੱਬ ਨੇ ਆਪਾਂ ਨੂੰ ਦਿੱਤਾ ਜੋ ਗੁਣ ਹੈ ਹਨਾ, ਆਪਾਂ ਕੀ ਕਰਦੇ ਹਾਂ, ਆਪਾਂ ਉਹਨੂੰ ਲਿਖ ਸਕਦੇ ਹਾਂ। ਆਪਣੇ ਭਾਵ ਆਪਾਂ ਮੈਂ ਲਿਖ ਕੇ ਪ੍ਰਗਟ ਕਰਦੀ ਹਾਂ, ਤੁਸੀਂ ਲਿਖ ਕੇ ਪ੍ਰਗਟ ਕਰਦੇ ਹੋ ਹਨਾ। ਪੁਲਿਸ ਦਾ ਕੰਮ ਹੈ, ਉਹਨਾਂ ਨੇ ਲੋਕਾਂ ਨੂੰ ਸਜ਼ਾ ਦੇਣੀ ਹੈ, ਗਲਤ ਕਰਨ ਵਾਲਿਆਂ ਨੂੰ ਹਨਾ ਸ਼ਾਂਤੀ ਬਣਾ ਕੇ ਰੱਖਣੀ। ਉਸ ਸੰਬੰਧਿਤ ਤਾਂ ਇੱਕ ਘਟਨਾ ਸੀ ਜਿਹਨੇ ਮੇਰੇ ਮਨ ਤੇ ਇੰਨਾ ਪ੍ਰਭਾਵ ਪਾਇਆ ਵੀ ਔਰਤ ਦੀ ਜ਼ਿੰਦਗੀ ਹੈ ਕੀ ਹੈ। ਤਾਂ ਉਹਨਾਂ ਸੰਬੰਧਿਤ ਮੇਰੀ ਇੱਕ ਔਰਤਾਂ ਦੇ ਬਾਰੇ ਕਵਿਤਾ ਲਿਖੀ ਹੋਈ ਹੈ ਜੀ। ਵੀ ਕਿਸੇ ਮੈਨੂੰ ਕੁੱਟਮਾਰ ਦੀ ਘਟਨਾ ਆਈ ਸਮਝਣ ਤੇ ਉਹ ਚੀਕਾਂ ਵੱਜਦੀਆਂ ਅੱਜ ਵੀ ਜਿੱਦਾਂ ਮੇਰੇ ਯਾਦ ਆ ਜੇ ਨਾ ਜੀ, ਮੈਂ ਬੜੀ ਦੁਖੀ ਹੁੰਦੀ ਹਾਂ ਵੀ ਸਹਿਣ ਕਰਦੀਆਂ ਕਿਉਂ ਨੇ ਔਰਤਾਂ। ਤਾਂ ਅੱਜ ਦਾ ਜਿਹੜਾ ਪੜ੍ਹਿਆ ਲਿਖਿਆ ਵਰਗ ਹੈ ਜਾਂ ਪੜ੍ਹਿਆ ਲਿਖਿਆ ਸਮਾਜ ਆ ਨਾ, ਔਰਤਾਂ ਨੂੰ ਹੀ ਗਲਤ ਠਹਿਰਾਉਂਦਾ ਕਿ ਜੀ ਕੁੜੀ ਬਾਹਲੀ ਪੜ੍ਹੀ ਲਿਖੀ ਨਹੀਂ ਚਾਹੀਦੀ। ਕਿਉਂ ਨਹੀਂ ਚਾਹੀਦੀ ਜੀ, ਬਾਹਲੀ ਤੇਜ਼ ਹੋਊ। ਪਰ ਮੈਂ ਉਹਨਾਂ ਦਾ ਤੇਜ਼ ਭਾਵ, ਤੇਜ਼ ਸ਼ਬਦ ਅੱਜ ਤੱਕ ਨਹੀਂ ਸਮਝ ਪਾਈ ਕਿ ਉਹਨਾਂ ਨੂੰ ਕਾਮਲੀਆਂ ਬੌਲੀਆਂ ਰੋਟੀਆਂ ਪਕਾਉਣ ਵਾਲੀਆਂ ਚਾਹੀਦੀਆਂ ਨੇ, ਕਿ ਉਹਨਾਂ ਨੂੰ ਪਤੀ ਦੇ ਨਾਲ ਮੋਢਾ ਨਾਲ ਮੋਢਾ ਜੋੜ ਕੇ ਬਰਾਬਰ ਕਮਾ ਕੇ ਖੁਸ਼ੀ ਨਾਲ ਜੀਵਨ ਜਿਉਣ ਵਾਲੀਆਂ ਨਹੀਂ ਚਾਹੀਦੀਆਂ। ਤਾਂ ਇਹ ਆਪਣਾ ਸਮਾਜ ਹੀ ਇਦਾਂ ਦਾ ਜੀ। ਔਰਤ ਅੱਗੇ ਲੰਘਦੀ ਹੈ ਨਾ ਜੀ, ਤੁਸੀਂ ਫੇਸਬੁੱਕਾਂ ਦੇ ਯੂਟਿਊਬ ਦੇ ਕਮੈਂਟਾਂ ਦੇ ਵਿੱਚ ਦੇਖ ਲੈਂਦੇ ਹੋ ਕਿ ਉਹਨਾਂ ਕੋਲ ਕੋਈ ਵੀ ਚੀਜ਼ ਨਹੀਂ ਬਚਦੀ, ਉਹ ਔਰਤ ਨੂੰ ਗਰਾਉਣ। ਉਹਨਾਂ ਕੋਲ ਬਚਦਾ ਇੱਕ ਔਰਤ ਦਾ ਕਰੈਕਟਰ, ਇਹਨੂੰ ਉਹ ਇੱਕ ਗੰਦਾ ਕਮੈਂਟ ਕਰਕੇ ਖਰਾਬ ਕਰਨ ਦਾ ਯਤਨ ਕਰਦੇ। ਇਹ ਉਹੀ ਗੱਲ ਹੈ ਜੀ, ਆਪਾਂ ਅਗਲੇ ਦੀ ਲੱਤ ਮਾਰਨ ਲੱਗਦੇ ਆ, ਪਹਿਲਾਂ ਇਹ ਨਹੀਂ ਪਤਾ ਵੀ ਆਪਦੇ ਸਰੀਰ ਦਾ ਕੀ ਰੂਪ ਹੋ ਰਿਹਾ ਹਨਾ। ਤਾਂ ਇਹੀ ਕਾਰਨ ਹੈ ਜੀ, ਇਹਨਾਂ ਚੀਜ਼ਾਂ ਨੇ ਮੇਰੇ ਜੀਵਨ ਤੇ ਬਹੁਤ ਪ੍ਰਭਾਵ ਪਾਇਆ ਜੀ। ਤੇ ਇਸ ਲਈ ਜ਼ਿਆਦਾਤਰ ਮੇਰੀਆਂ ਕਵਿਤਾ 'ਚ ਉਦਾਸੀ ਹੀ ਨਿਕਲ ਕੇ ਆਉਂਦੀ ਹੈ ਜੀ। ਕਿਉਂਕਿ ਜਦੋਂ ਹਰਪ੍ਰੀਤ ਅਸੀਂ ਵੈਸੇ ਵੀ ਕਹਿੰਦੇ ਨਾ ਕਿ ਜਦੋਂ ਔਰਤ ਦੇ ਜੋ ਕੋਈ ਨੁਕਸ ਕੱਢਣ ਦੀ ਗੱਲ ਆਉਂਦੀ ਹੈ ਨਾ, ਤਾਂ ਪਹਿਲਾਂ ਅਸੀਂ ਉਹਦੇ ਜਿਹੜਾ ਹੈ ਰੰਗ ਰੂਪ 'ਚ ਨੁਕਸ ਕੱਢਣ ਦੀ ਕੋਸ਼ਿਸ਼ ਕਰਦੇ ਹਾਂ, ਤੇ ਜੇ ਉੱਥੋਂ ਸਾਨੂੰ ਕੋਈ ਨਹੀਂ ਮਿਲਦਾ ਤਾਂ ਫਿਰ ਅਸੀਂ ਉਹਦੀ ਅਕਲ ਪਰਖਦੇ ਹਾਂ। ਜੇ ਉੱਥੋਂ ਵੀ ਕੁਝ ਨਾ ਮਿਲੇ ਤਾਂ ਫਿਰ ਜਿਹੜਾ ਇਹ ਉਹ ਨੁਕਸ ਔਰਤ ਦੇ ਚਰਿੱਤਰ ਦੇ ਵਿੱਚ ਕੱਢਿਆ ਜਾਂਦਾ ਹੈ। ਬਿਲਕੁਲ, ਕਿਉਂਕਿ ਉਹਨਾਂ ਨੂੰ ਕੋਈ ਬਹਾਨਾ ਚਾਹੀਦਾ ਹੁੰਦਾ ਨਾ। ਉਹਨਾਂ ਨੂੰ ਪਤਾ ਹੈ ਜੀ ਇੱਕ ਔਰਤ ਹੈ ਨਾ ਵੀ ਉਹ ਕਿਸੇ ਚੀਜ਼ ਤੋਂ ਨਹੀਂ ਦਬਦੀ ਜੀ, ਕਿਸੇ ਸ਼ਕਤੀ ਨੂੰ ਦਬਦੀ। ਪਰ ਜੇ ਉਹਦੀ ਗੱਲ ਕਰੈਕਟਰ ਤੇ ਆ ਜੀ ਨਾ ਜੀ, ਤੇ ਉਹ ਕਿਹੜੇ ਲੋਟ ਤਿਲ ਮਿਲਾਉਂਦੀ ਆ, ਤਾਂ ਕਈ ਬੈਠ ਜਾਂਦੀਆਂ ਮੇਰੇ ਹਿਸਾਬ 'ਚ ਦੁਰਗਾ ਬਣਨਾ ਚਾਹੀਦਾ। ਬਿਲਕੁਲ, ਕਿਉਂਕਿ ਜਿਵੇਂ ਬਹੁਤ ਵੱਡੇ ਸਾਹਿਤਕਾਰ ਹੋਏ ਨੇ, ਲਿਖਦੇ ਨੇ ਕਿੰਨਾ ਕੁਝ ਹੈ ਨਾ। ਕਹਿੰਦੇ ਕਿਤਾਬਾਂ ਤੋਂ ਚੰਗਾ ਤੁਹਾਡਾ ਦੋਸਤ ਕੋਈ ਨਹੀਂ। ਤੇ ਉਹ ਕਹਿੰਦੇ ਕਿ ਪਿਆਰ 'ਚ ਔਰਤ ਨੂੰ ਕੋਈ ਜਿੱਤ ਨਹੀਂ ਸਕਿਆ ਤੇ ਫਿਰ ਨਫ਼ਰਤ 'ਚ ਉਹਨੂੰ ਕੋਈ ਹਰਾ ਨਹੀਂ ਸਕਿਆ। ਬਿਲਕੁਲ ਜੀ। ਤੇ ਇਸ ਲਈ ਔਰਤ ਨੂੰ ਸਮਝਣਾ ਜਿਹੜਾ ਹੈ ਨਾ, ਉਹ ਕਹਿੰਦੇ ਸਾਰੇ ਨੇ ਕਿ ਔਰਤਾਂ ਬਹੁਤ ਕਠਿਨ ਹੁੰਦੀਆਂ, ਪਰ ਇਹਨਾਂ ਬਿਨਾਂ ਘਰ ਵੀ ਨਹੀਂ ਚੱਲਦਾ। ਔਰਤ ਸਮਝਣ ਲਈ ਡੂੰਘਾ ਹੋਣਾ ਪੈਂਦਾ ਜੀ, ਜੋ ਹਰ ਕੋਈ ਨਹੀਂ ਹੁੰਦਾ ਜੀ। ਤੇ ਇੱਕ ਸ਼ਾਇਰ ਨੇ ਬਹੁਤ ਸੋਹਣਾ ਲਿਖਿਆ ਹੋਇਆ ਕਿ ਜਦੋਂ ਮੂੰਹ ਨੂੰ ਤੂੰ ਘੁੱਟ ਲਾਈ ਹੁੰਦੀ ਏ, ਫੇਰ ਮੇਰੀ ਸ਼ਾਮਤ ਆਈ ਹੁੰਦੀ ਏ, ਤੇਰੇ ਅੰਦਰਲਾ ਮਰਦ ਬੋਲਦਾ ਹੈ, ਕੀ ਹੋਇਆ ਤੂੰ ਇਲਮ 'ਚ ਮੇਰੇ ਤੋਂ ਉੱਚੀ ਏ। ਅੱਛਾ ਜੀ। ਕੀ ਹੋਇਆ ਤੂੰ ਇਲਮ 'ਚ ਮੇਰੇ ਤੋਂ ਉੱਚੀ ਆ, ਪਰ ਮੈਂ ਮਰਦਾ ਤੇ ਤੂੰ ਔਰਤ, ਤੂੰ ਮੇਰੇ ਪੈਰ ਦੀ ਜੁੱਤੀ ਏ। ਤੇ ਫਿਰ ਔਰਤ ਜਿਹੜੀ ਆ ਉਹ ਜਵਾਬ ਦਿੰਦੀ ਹੈ ਕਿ ਮੈਂ ਲੰਮੀ ਕਹਾਣੀ ਆ ਅਜੇ ਮੁੱਕੀ ਨਹੀਂ ਆ, ਮੈਂ ਲੰਮੀ ਕਹਾਣੀ ਆ ਅਜੇ ਮੁੱਕੀ ਨਹੀਂ ਆ, ਪਰ ਮੈਂ ਤੇਰੇ ਪੈਰ ਦੀ ਜੁੱਤੀ ਨਹੀਂ ਆ। ਚਲੋ ਮੰਨ ਲੈਂਦੇ ਆ ਪਲ ਦੋ ਪਲ ਤੇਰੀ ਖੁਸ਼ਫਹਿਮੀ ਲਈ ਮੈਂ ਜੁੱਤੀ ਹੀ ਸਹੀ। ਤੂੰ ਕਦੇ ਸੋਚਿਆ ਕਿ ਪੈਰੀ ਪਾਈ ਜੁੱਤੀ ਜੇਕਰ ਖੁੱਲੀ ਹੋਵੇ, ਚਾਹੇ ਬਹੁਤ ਅਣਮੁੱਲੀ ਹੋਵੇ, ਗਲੀ ਗਲੀ ਜਾਂਦੇ ਜਾਂਦੇ ਕਿੰਨਾ ਖੇ ਉਡਾਏਗੀ ਉਹ, ਹਰ ਗਲੀ ਤੇਰੇ ਪੈਰੋਂ ਨਿਕਲ ਜਾਏਗੀ ਉਹ। ਬਿਲਕੁਲ ਜੀ। ਤੇ ਜੇ ਅਸੀਂ ਔਰਤ ਨੂੰ ਜੁੱਤੀ ਕਹਿੰਦੇ ਆ ਨਾ, ਤੇ ਜੇ ਜੁੱਤੀ ਵੀ ਸਾਡੇ ਪੈਰ ਦੇ ਮੇਚਦੀ ਨਾ ਹੋਵੇ ਨਾ, ਤਾਂ ਵੀ ਜੇ ਤੰਗ ਹੋਏਗੀ ਪੈਰ ਵੱਢੇਗੀ, ਖੁੱਲੀ ਹੋਏਗੀ ਤਾਂ ਉਹ ਬੇਗੈਰਤਾਂ ਵਾਂਗ ਜਿਹੜੀ ਹੈ ਖਿੰਡਦੀ ਫਿਰੇਗੀ। ਦੇਖੋ ਜੀ, ਇਸ ਲਈ ਬਰਾਬਰੀ ਜਿਹੜੀ ਹੈ ਨਾ ਉਹ ਹਰ ਰਿਸ਼ਤੇ ਦੇ ਵਿੱਚ ਬਹੁਤ ਜ਼ਰੂਰੀ ਹੈ ਜੀ। ਬਿਲਕੁਲ। ਬਾਕੀ ਸਿਰੇ ਤੁਸੀਂ ਇਹ ਸਭ ਦੇ ਸਨਮੁਖ ਇਹ ਚੀਜ਼ ਰੱਖ ਕੇ ਨਾ ਜੀ, ਤੁਸੀਂ ਉਹੀ ਗੱਲ ਹੈ, ਇਹੀ ਤਾਂ ਔਰਤ ਹੈ ਜੀ। ਉਹ ਜੇ ਜੁੱਤੀ ਕਿਹਾ ਜਾਂਦਾ, ਉਹ ਜੀ ਸਵੀਕਾਰ ਕਰਕੇ ਵੀ ਲੱਭਦੀ ਹੈ ਨਾ, ਤਾਂ ਉਹਦੇ ਵਿੱਚੋਂ ਵੀ ਉਹਨੇ ਵਿਸ਼ੇਸ਼ਤਾ ਲੱਭ ਲਈ ਵੀ ਫਿਰ ਜੁੱਤੀ ਕਰਕੇ ਵੀ, ਜੁੱਤੀ ਬਣਾ ਕੇ ਵੀ ਸੋਥੋਂ ਮੁਕਾਬਲਾ ਨਹੀਂ ਹੋਣਾ ਜੀ। ਬਿਲਕੁਲ। ਕਿਉਂਕਿ
ਕੁਦਰਤ ਨੇ ਨਾ ਔਰਤ ਨੂੰ ਇਸ ਢੰਗ ਦੇ ਨਾਲ ਬਣਾਇਆ ਏ, ਹਾਂਜੀ, ਇਸ ਢੰਗ ਦੇ ਨਾਲ ਨਿਵਾਜਿਆ ਏ ਕਿ ਉਹ ਹਰ ਇੱਕ, ਪਹਿਲਾਂ ਦੇਖੋ ਸਿਰਜਣਾ ਦਾ ਅਧਿਕਾਰ ਧਰਤੀ ਤੇ ਰੱਬ ਤੋਂ ਬਾਅਦ ਸਿਰਫ ਔਰਤ ਕੋਲ ਹੈ ਜੀ। ਬਿਲਕੁਲ, ਜਦ ਜਨਮ ਰੱਬ ਦਿੰਦਾ ਜਾਂ ਫਿਰ ਉਹ ਕਿਸੇ ਵੀ, ਚਾਹੇ ਉਹਦੇ ਚ ਉਹ ਜਿਹੜੀ ਫੀਮੇਲ ਔਰਤ ਹੈ, ਹਾਂਜੀ, ਉਹਦੇ ਕੋਲੇ ਅਧਿਕਾਰ ਹੈ ਕਿ ਉਹ ਕਿਸੇ ਦੂਸਰੀ ਜ਼ਿੰਦਗੀ ਨੂੰ ਜਨਮ ਦੇ ਸਕਦੀ ਹੈ। ਬਿਲਕੁਲ। ਤੇ ਇਸ ਕਰਕੇ ਬਹੁਤ ਵਿਸ਼ਾਲ ਹਿਰਦਾ ਹੁੰਦਾ ਹੈ ਔਰਤ ਦਾ ਪਹਿਲਾਂ ਹੀ। ਤੇ ਹਰਪ੍ਰੀਤ, ਤੁਸੀਂ ਸਾਹਮਣੇ ਬੈਠੇ ਹੋ ਨਾ, ਤਾਂ ਕਈ ਵਾਰ ਹੁੰਦਾ ਕਿਸੇ ਨਾਲ ਗੱਲ ਕਰਦੇ ਆ ਤਾਂ ਸਾਨੂੰ ਪਤਾ ਚੱਲ ਜਾਂਦਾ, ਹਾਂਜੀ, ਕਿ ਉਹ ਸਾਹਮਣੇ ਵਾਲਾ ਬੰਦਾ ਜਿਵੇਂ ਨਾ, ਮੈਨੂੰ ਤੁਹਾਡੀ ਗੱਲਬਾਤ ਤੋਂ ਲੱਗ ਰਿਹਾ ਕਿ ਜਿਵੇਂ ਨਿਰਛਲ ਪਾਣੀਆਂ ਜਿਹਾ ਵਰਗੀ ਕੁੜੀ ਹੈ। ਹਾਂਜੀ, ਤਾਂ ਤੁਹਾਡੀ ਇੱਕ ਰਚਨਾ ਹੋਰ ਸੁਣਨੀ ਚਾਹਾਂਗੇ ਜੀ। ਬਿਲਕੁਲ ਜੀ, ਜਿਵੇਂ ਹੁਣੇ ਹੀ ਮੈਂ ਤੁਹਾਨੂੰ ਸੁਣ ਰਹੀ ਹਾਂ, ਤੁਸੀਂ ਬੋਲਿਆ ਕੁਦਰਤ ਵਰਗੀਆਂ ਹੁੰਦੀਆਂ ਨੇ ਔਰਤਾਂ, ਤਾਂ ਜਿਵੇਂ ਤੁਸੀਂ ਮੈਨੂੰ ਕਹਿ ਰਹੇ ਹੋ ਤਾਂ ਮੈਨੂੰ ਲੱਗਦਾ ਤੁਸੀਂ ਮੇਰੀ ਪਹਿਲਾਂ ਕਵਿਤਾ ਜਾਣ ਲਈ ਜੀ। ਬਿਨ ਜਾਣੇ ਤੁਸੀਂ ਕਵਿਤਾ ਜਾਣ ਚੁੱਕੇ ਹੋ ਵੀ ਮੈਂ ਅੱਗੇ ਕੀ ਬੋਲਣ ਵਾਲੀ ਹਾਂ ਜੀ। ਹਾਂਜੀ, ਮੇਰੀ ਕਵਿਤਾ ਦੇ ਬੋਲ ਵੀ ਨੇ ਔਰਤ ਦੀ ਗੱਲ ਜੀ। ਮੋਮ ਹੁੰਦਾ ਦਿਲ ਜਿਹਦਾ ਗਮ ਦੀ ਅਵਸਥਾ 'ਚ, ਕਦੇ ਢਾਲ ਬਣ ਜਾਂਦੀ ਹੈ ਜੋ ਤੂਫਾਨ ਜਿਹੀ ਅਵਸਥਾ 'ਚ, ਬੇਜ਼ੁਬਾਨ ਹੋ ਜਾਂਦੀ ਹੈ ਜੋ ਜ਼ੁਬਾਨ ਦੀ ਅਵਸਥਾ 'ਚ, ਜਿਸ ਨਾਲ ਵਾਪਰਦੀਆਂ ਨਿੱਤ ਅਖਬਾਰ 'ਚ ਪੜ੍ਹਦੀ ਹਾਂ, ਜਿਸ ਨਾਲ ਵਾਪਰਦੀਆਂ ਨਿੱਤ ਅਖਬਾਰ 'ਚ ਪੜ੍ਹਦੀ ਹਾਂ। ਮੈਂ ਕੁਦਰਤ ਦੀ ਸੋਹਣੀ ਘਾੜਤ ਔਰਤ ਦੀ ਗੱਲ ਕਰਦੀ ਹਾਂ, ਮੈਂ ਕੁਦਰਤ ਦੀ ਸੋਹਣੀ ਘਾੜਤ ਔਰਤ ਦੀ ਗੱਲ ਕਰਦੀ ਹਾਂ, ਜੋ ਕਦੇ ਪੱਥਰ ਕਦੇ ਰੂੜੀ ਦਾ ਕੂੜਾ ਖਵਾਈ, ਫਿਰ ਵੀ ਜਿਹਨੇ ਕਦੇ ਮੱਥੇ ਤਿਉੜੀ ਨਾ ਪਾਈ। ਉਮਰ ਦੀ ਦੌਲਤ ਜਿਹਨੇ ਆਪਣਿਆਂ ਨਾਮੇ ਲਾਈ, ਵਧੀਕੀਆਂ ਦਾ ਸ਼ਿਕਾਰ ਫਿਰ ਵੀ ਉਹ ਕੱਢਦੀ ਨਾ, ਵਧੀਕੀਆਂ ਦਾ ਸ਼ਿਕਾਰ ਫਿਰ ਵੀ ਉਹ ਕੱਢਦੀ ਨਾ। ਮੈਂ ਕੁਦਰਤ ਦੀ ਸੋਹਣੀ ਘਾੜਤ ਔਰਤ ਦੀ ਗੱਲ ਕਰਦੀ ਹਾਂ, ਮੈਂ ਕੁਦਰਤ ਦੀ ਸੋਹਣੀ ਘਾੜਤ ਔਰਤ ਦੀ ਗੱਲ ਕਰਦੀ ਹਾਂ। ਓਪਰੇ ਘਰ ਨੂੰ ਵੀ ਜਿਹਨੇ ਆਪਣਾ ਬਣਾਇਆ, ਓਪਰੇ ਘਰ ਨੂੰ ਵੀ ਜਿਹਨੇ ਆਪਣਾ ਬਣਾਇਆ, ਘਰ ਦੇ ਜੀਆਂ ਨੂੰ ਵੀ ਜਿਹਨੇ ਦਿਲੋਂ ਅਪਣਾਇਆ, ਫਿਰ ਵੀ ਸਹੁਰੇ ਘਰ ਵਿੱਚ ਬਗਾਨਾ ਲਹੂ ਖਵਾਇਆ। ਆਪਣੀਆਂ ਜ਼ਿੰਮੇਵਾਰੀਆਂ ਤੋਂ ਭੋਰਾ ਵੀ ਟਲਦੀ ਨਾ, ਮੈਂ ਕੁਦਰਤ ਦੀ ਸੋਹਣੀ ਘਾੜਤ ਔਰਤ ਦੀ ਗੱਲ ਕਰਦੀ ਹਾਂ, ਮੈਂ ਕੁਦਰਤ ਦੀ ਸੋਹਣੀ ਘਾੜਤ ਔਰਤ ਦੀ ਗੱਲ ਕਰਦੀ ਹਾਂ। ਆਪਣੇ ਪਤੀ ਨੂੰ ਜਿਹਨੇ ਆਪਣਾ ਰੱਬ ਬਣਾਇਆ, ਪਤੀ ਨੇ ਕਮਜ਼ੋਰ ਜਾਣ ਕੇ ਹੰਕਾਰ ਦਾ ਦਬਦਬਾ ਬਣਾਇਆ, ਜਦ ਚਾਹਿਆ ਕੁੱਟਮਾਰ ਦਾ ਸ਼ਿਕਾਰ ਵੀ ਬਣਾਇਆ, ਫਿਰ ਵੀ ਫਰਜ਼ਾਂ ਦਾ ਧਾਗਾ ਤੋੜ ਕੇ ਧਰਦੀ ਨਾ। ਮੈਂ ਕੁਦਰਤ ਦੀ ਸੋਹਣੀ ਘਾੜਤ ਔਰਤ ਦੀ ਗੱਲ ਕਰਦੀ ਹਾਂ, ਮੈਂ ਕੁਦਰਤ ਦੀ ਸੋਹਣੀ ਘਾੜਤ ਔਰਤ ਦੀ ਗੱਲ ਕਰਦੀ ਹਾਂ। ਬੋਲਣ ਤੇ ਪਹਿਰੇ ਸਦਰਾਂ ਚਾਰ ਦੀਵਾਰੀ 'ਚ ਦਮ ਤੋੜਨ, ਜਿਹਦੇ ਬੋਲਣ ਤੇ ਪਹਿਰੇ ਸਦਰਾਂ ਚਾਰ ਦੀਵਾਰੀ 'ਚ ਦਮ ਤੋੜਨ, ਬੇਜ਼ੁਬਾਨ ਜਿਹਨੂੰ ਸਮਝਣ ਅਕਸ ਜੁੱਤੀ ਨਾਲ ਜੋੜਨ, ਬੇਜ਼ੁਬਾਨ ਜਿਹਨੂੰ ਸਮਝਣ ਅਕਸ ਜੁੱਤੀ ਨਾਲ ਜੋੜਨ, ਸੁਪਨੇ ਜਿਹਦੇ ਰੀਤਾਂ ਦੇ ਦਰਿਆ ਵਿੱਚ ਰੋੜਨ, ਤੈਰਦੀ ਵਹਾ ਮੁਤਾਬਿਕ ਮੁੱਢ ਤੋਂ ਮਰਦੀ ਨਾ। ਮੈਂ ਕੁਦਰਤ ਦੀ ਸੋਹਣੀ ਘਾੜਤ ਔਰਤ ਦੀ ਗੱਲ ਕਰਦੀ ਹਾਂ। ਗੁਰੂਆਂ ਪੀਰਾਂ ਨੇ ਜਿਹਨੂੰ ਜਗ ਜਣਨੀ ਪੁਕਾਰਿਆ, ਲੋਕਾਂ ਤਾਂ ਵੀ ਰੂੜੀਵਾਦੀ ਸੋਚ ਨੂੰ ਨਾ ਨਕਾਰਿਆ। ਮੈਂ ਮੰਦਾ ਦਿਲ ਵਿੱਚ ਆਇਆ, ਲੋਕਾਂ ਉਸ ਲਈ ਉਚਾਰਿਆ, ਐਸੀ ਤਾਕਤ ਹੈ ਜਿਹੜੀ ਕਦੇ ਹਰ ਕੇ ਵੀ ਹਰਦੀ ਨਾ। ਮੈਂ ਕੁਦਰਤ ਦੀ ਸੋਹਣੀ ਘਾੜਤ ਔਰਤ ਦੀ ਗੱਲ ਕਰਦੀ ਹਾਂ, ਮੈਂ ਕੁਦਰਤ ਦੀ ਸੋਹਣੀ ਘਾੜਤ ਔਰਤ ਦੀ ਗੱਲ ਕਰਦੀ ਹਾਂ। ਬਹੁਤ ਸੋਹਣੀ ਰਚਨਾ ਹਰਪ੍ਰੀਤ ਜੀ। ਔਰਤ ਬਾਰੇ ਨਾ ਸਾਹਿਤਕਾਰ ਕਹਿੰਦੇ ਆ ਕਿ ਔਰਤ ਨਾ ਆਟੇ ਦੀ ਧੌਣ ਹੁੰਦੀ ਹੈ। ਹਾਂਜੀ, ਅੰਦਰ ਰੱਖੋ ਤਾਂ ਚੂਹੇ ਪੈਂਦੇ ਆ, ਬਾਹਰ ਰੱਖੋ ਤਾਂ ਕਾਂ। ਕੀ ਕਹਿਣਾ ਚਾਹੋਗੇ ਇਹਦੇ ਬਾਰੇ 'ਚ? ਨਹੀਂ, ਬਿਲਕੁਲ ਜੀ, ਸਹੀ ਗੱਲ ਹੈਗੀ ਤੁਹਾਡੀ, ਪਰ ਕਈ ਵਾਰ ਉਹੀ ਗੱਲ ਮੁੜ ਆ ਜਾਂਦੀ ਹੈ ਜੀ। ਜੀਵਨ ਇਹ ਆਪਣੇ ਥੋੜੇ ਸਮੇਂ ਪਹਿਲਾਂ ਆਪਣੀ ਚਰਚਾ ਹੋ ਕੇ ਹਟੀ ਹੈ ਅਧੀਨਗੀ ਦੀ। ਕਈ ਵਾਰ ਆਪਾਂ ਆਪਣਾ ਘੇਰਾ ਹੀ ਉਹ ਬਣਾ ਲੈਂਦੇ ਆ ਕਿ ਸਾਡਾ ਘੇਰਾ ਹੀ ਇਹ ਆ। ਤਾਂ ਜਿਵੇਂ ਇੱਕ ਕਿਸੇ ਨੇ ਕਿਹਾ ਹੈਗਾ ਸਾਹਿਬ ਵੀ ਜੇ ਸ਼ੇਰ ਨੂੰ ਪਿੰਜਰੇ 'ਚ ਰੱਖ ਲਏ ਨਾ, ਜੇ ਉਹਨੂੰ ਪਿੰਜਰੇ 'ਚ ਰਹਿਣ ਦੀ ਆਦਤ ਪੈ ਗਈ, ਉਹ ਉਨੇ 'ਚ ਖੁਸ਼ ਹੋ ਗਿਆ, ਉਹਨੂੰ ਬਾਹਰ ਜਾਣ ਦੀ ਜ਼ਰੂਰਤ ਨਹੀਂ, ਉਹਨੂੰ ਉੱਥੇ ਹੀ ਖਾਣ ਪੀਣ ਨੂੰ ਮਿਲੀ ਜਾਵੇ। ਤਾਂ ਉਹ ਆਪਾਂ ਦੇਖਣਾ ਜੀ ਵੀ ਆਪਾਂ ਕੀ ਬਣਨਾ ਪਸੰਦ ਕਰਦੇ ਹਾਂ। ਕੰਮ ਕਰਨਾ ਕੁਛ ਗਲਤ ਨਹੀਂ, ਪਰਿਵਾਰ ਸੰਭਾਲਣਾ ਕੁਛ ਗਲਤ ਨਹੀਂ, ਪਰ ਉਸੇ ਨੂੰ ਹੀ ਘੇਰਾ ਬਣਾਉਣਾ ਤੇ ਇੱਕ ਆਪ ਹੀ ਬਣੀ ਜਾਣਾ ਵੀ ਜੋ ਹੈ ਠੀਕ ਹੈ। ਆਪਾਂ 4 ਦਿਨ ਕਿਤੇ ਜਾ ਨਾ ਸਕੀ ਵੀ ਘਰੇ ਨਹੀਂ ਸਰਦਾ, ਤਾਂ ਕਿਤੇ ਨਾ ਕਿਤੇ ਆਪਣਾ ਆਪਦਾ ਜੀਵਨ ਕੀ ਹੈ। ਹੁਣ ਉਹੀ ਗੱਲ ਹੈ ਜੀ, ਉਹੀ ਇੱਕ ਔਰਤ ਹੈ ਜਿਹੜੀ ਆਪਣੇ ਮਾਤਾ ਪਿਤਾ ਦੇ ਘਰ ਜਿਵੇਂ ਵੀ ਮਰਜ਼ੀ ਕੰਡੀਸ਼ਨ 'ਚ ਹੋਵੇ ਰਾਜਿਆਂ ਰਾਣਿਆਂ ਵਾਂਗ ਰਹਿੰਦੀ ਹੈ। ਉਹੀ ਪਤੀ ਤੋਂ ਪਰਮਿਸ਼ਨ ਲੈਣੀ ਪੈਂਦੀ ਹੈ ਪੇਕੇ ਜਾਣ ਲਈ।
ਪਤੀ ਡਿਸਾਈਡ ਕਰਦੇ ਵੀ 2 ਦਿਨ ਰੁਕਣਾ, 10 ਦਿਨ ਰੁਕਣਾ, 1 ਦਿਨ ਰੁਕਣਾ। ਕਿੰਨਾਂ ਨੂੰ? ਜਿਨ੍ਹਾਂ ਨੇ ਜਨਮ ਦੇ ਕੇ ਇੰਨਾ ਵੱਡਾ ਕਰਕੇ ਉਹਦੇ ਜੋਗੇ ਕੀਤਾ ਹੈ। ਤਾਂ ਔਰਤਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹੈ, ਬਰਾਬਰੀ ਕਰਨ ਦਾ ਮਨ ਬਣਾਉਣਾ ਚਾਹੀਦਾ। ਇਹ ਨਹੀਂ ਇੱਕ ਦਿਨ ਦੇ ਵਿੱਚ ਕੁਝ ਬਦਲਣ ਵਾਲਾ ਨਹੀਂ, ਪਰ ਆਪਾਂ ਬਦਲਣਾ ਕਿੰਨਾ ਚਾਹੁੰਦੇ ਆ। ਕਿਤੇ ਆਪਾਂ ਨੂੰ ਉਹੀ ਜੁੱਤੀ ਕਹਾਉਣ ਵਾਲੀ ਆਦਤ ਤਾਂ ਨਹੀਂ ਪਈ ਹੋਈ? ਇਹ ਆਪਾਂ ਨੂੰ ਵਿਚਾਰ ਕਰਨਾ ਪੈਣਾ। ਜੀ ਹਰਪ੍ਰੀਤ, ਸਮਾਂ ਸਾਡੇ ਕੋਲ ਜ਼ਿਆਦਾ ਇਜਾਜ਼ਤ ਨਹੀਂ ਦੇ ਰਿਹਾ, ਪਰ ਮੈਨੂੰ ਲੱਗਦਾ ਕਿ ਗੱਲਾਂ ਹਾਲੇ ਆਪਣੀਆਂ ਬਹੁਤ ਸਾਰੀਆਂ ਰਹਿ ਗਈਆਂ। ਤਾਂ ਜਾਂਦੇ ਜਾਂਦੇ ਸਾਡੀਆਂ ਭੈਣਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਹਾਂਜੀ, ਮੇਰੇ ਵੱਲੋਂ ਆਪਣੀਆਂ ਸਾਰੀਆਂ ਭੈਣਾਂ ਨੂੰ ਇਹੀ ਸੰਦੇਸ਼ ਹੈ ਵੀ ਆਪਣੇ ਜੀਵਨ ਦੇ ਵਿੱਚ ਹਮੇਸ਼ਾ ਸ਼ਾਂਤ ਆਪਾਂ ਰਹਿੰਦੇ ਹਾਂ, ਸ਼ਾਂਤ ਰਹੋ, ਖੁਸ਼ ਰਹੋ, ਸਾਰਿਆਂ ਨੂੰ ਸਹੀ ਸਮਾਂ ਦਿਓ, ਪਰ ਕਿਸੇ ਨੂੰ ਖੁਸ਼ ਕਰਨ ਦੇ ਵਿੱਚ ਇੰਨੀ ਜ਼ਿਆਦਾ ਨਾ ਆਪਾਂ ਲੱਗੀ ਰਹੀ ਕਿ ਆਪਾਂ ਆਪਣਾ ਜਿਉਣਾ ਭੁੱਲ ਜੀ। ਆਪਣੇ ਆਪ ਨੂੰ ਸਮਾਂ ਜ਼ਰੂਰ ਦਿਓ, ਸਾਰਿਆਂ ਦਾ ਸਤਿਕਾਰ ਕਰੋ, ਆਪਣੇ ਆਪ ਨੂੰ ਸਮਾਂ ਦੇਣਾ ਨਾ ਭੁੱਲੋ। ਜੋ ਵੀ ਤੁਹਾਡੇ ਵਿੱਚ ਖੂਬੀ ਹੈ ਅੱਗੇ ਆਓ, ਤੇ ਇੱਕ ਕਦੇ ਵੀ ਗੁਲਾਮੀ ਵਾਲਾ ਜੀਵਨ ਨਾ ਜਿਓ। ਖੁਸ਼ ਰਹੋ, ਅੱਗੇ ਵਧੋ, ਜੀਵਨ 'ਚ ਜੋ ਕਰਨਾ ਚਾਹੁੰਦੇ ਹੋ ਕਰੋ, ਆਪਣੇ ਬਲਬੂਤੇ ਤੇ ਖੜੇ ਹੋ। ਕਦੇ ਇਹ ਨਾ ਬਣੋ ਵੀ ਮੈਂ ਇਸੇ ਤੇ ਹੀ ਡਿਪੈਂਡ ਆ ਜਾਂ ਇਹਨਾਂ ਤੇ ਹੀ ਡਿਪੈਂਡ ਆ। ਤਾਂ ਤੁਹਾਡੀ ਆਪਣੀ ਅਲੱਗ ਪਹਿਚਾਣ ਹੋਣੀ ਚਾਹੀਦੀ ਹੈ। ਤੁਸੀਂ ਇਹ ਨਹੀਂ ਕਿ ਕਿਸੇ ਦੀ ਨੂੰਹ ਜਾਂ ਕਿਸੇ ਦੀ ਪਤਨੀ ਹੀ ਵੱਜੋ, ਤੁਹਾਡੀ ਕੋਈ ਆਪਣੀ ਪਹਿਚਾਣ ਹੋਵੇ। ਜਿਵੇਂ ਤੁਹਾਡੇ ਸਾਹਮਣੇ ਰਣਦੀਪ ਪੰਧੇਰ ਮੈਮ ਨੇ, ਤਾਂ ਇਹਨਾਂ ਦੀ ਆਪਣੀ ਪਹਿਚਾਣ ਹੈ, ਇਹ ਆਪਣੀ ਪਹਿਚਾਣ ਨਾਲ ਜਾਣੇ ਜਾਣਗੇ। ਜ਼ਰੂਰੀ ਨਹੀਂ ਕਿ ਇਹਨਾਂ ਦੀ ਪਹਿਚਾਣ ਲਈ ਇਹਨਾਂ ਦੇ ਹਸਬੈਂਡ ਜਾਂ ਸਹੁਰਾ ਪਰਿਵਾਰ ਜਾਂ ਪੇਕਾ ਪਰਿਵਾਰ ਦਾ ਹੀ ਨਾਮ ਅੱਗੇ ਆਵੇ। ਤੁਸੀਂ ਸਮਾਜ 'ਚ ਕੀ ਹੋ, ਆਪਣੀ ਪਹਿਚਾਣ ਬਣਾਓ ਜੀ। ਜੀ ਹਰਪ੍ਰੀਤ, ਤੁਸੀਂ ਜਦੋਂ ਗੱਲਾਂ ਕਰਦੇ ਨਾ ਮੈਨੂੰ ਐਵੇਂ ਲੱਗਦਾ ਕਿ ਜਿਵੇਂ ਮੈਂ ਆਪਣੇ ਆਪੇ ਨਾਲ ਗੱਲ ਕਰ ਰਹੀ। ਜੀ ਬਿਲਕੁਲ ਜੀ। ਕਈ ਵਾਰ ਹੁੰਦਾ ਕਿ ਸਾਨੂੰ ਸਾਹਮਣੇ ਵਾਲਾ ਜਦੋਂ ਸਾਡੀ ਗੱਲ ਉਸ ਲੈਵਲ ਤੇ ਸਮਝਣ ਵਾਲਾ, ਜਿਹੜਾ ਸਾਡੀ ਗੱਲ ਕਰਨ ਵਾਲਾ, ਕਿਉਂਕਿ ਮੈਂ ਹਮੇਸ਼ਾ ਭੈਣਾਂ ਨੂੰ ਪ੍ਰੋਗਰਾਮ ਦੇ ਵਿੱਚ ਗੱਲ ਕਹਿੰਦੀ ਹੁੰਦੀ ਹਾਂ ਕਿ ਖੁਦ ਨੂੰ ਖੁਸ਼ ਰੱਖਣਾ ਨਾ ਸਾਡਾ ਆਪਦਾ ਕੰਮ ਹੈ। ਬਿਲਕੁਲ ਜੀ। ਤੇ ਇਹ ਕੰਮ ਪੂਰੀ ਇਮਾਨਦਾਰੀ ਨਾਲ ਆਪ ਹੀ ਕਰਨਾ ਚਾਹੀਦਾ, ਜਿਵੇਂ ਅਸੀਂ ਬਾਕੀ ਰੂਟੀਨ ਦੇ ਕੰਮ ਕਰਦੇ, ਕਿਉਂਕਿ ਅਸੀਂ ਇਹ ਕੰਮ ਦੇ ਦਿੰਦੇ ਹਾਂ ਕਿਸੇ ਦੂਜੇ ਬੰਦੇ ਨੂੰ ਜੀ, ਤੇ ਸਾਨੂੰ ਲੱਗਦਾ ਵੀ ਇਹ ਕੰਮ ਇੰਨਾ ਜ਼ਰੂਰੀ ਨਹੀਂ, ਇਹ ਕੋਈ ਦੂਜਾ ਕਰ ਦੂ ਸਾਡੇ ਲਈ, ਅਗਲਾ ਅਣਗਹਿਲੀ ਕਰ ਜਾਂਦਾ, ਅਸੀਂ ਐਵੇਂ ਦੁਖੀ ਹੋਈ ਜਾਂਦੇ। ਹਾਂਜੀ ਹਾਂਜੀ ਬਿਲਕੁਲ ਜੀ। ਇਸ ਲਈ ਦੁਖੀ ਨਹੀਂ ਹੋਣਾ। ਤੇ ਹਰਪ੍ਰੀਤ, ਸਾਨੂੰ ਬਹੁਤ ਚੰਗਾ ਲੱਗਿਆ ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ ਤੇ ਸਾਡੀਆਂ ਭੈਣਾਂ ਨਾਲ ਇੰਨੀ ਵਧੀਆ ਤੁਸੀਂ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ। ਬਹੁਤ ਵਧੀਆ ਸੁਨੇਹਾ ਸਾਡੀਆਂ ਭੈਣਾਂ ਨੂੰ ਤੁਸੀਂ ਇੱਕ ਦਿੱਤਾ। ਮੈਂ ਉਮੀਦ ਕਰਦੀ ਹਾਂ ਕਿ ਸਾਡੀਆਂ ਭੈਣਾਂ ਜਿਹੜੀਆਂ ਨੇ ਉਹ ਜ਼ਰੂਰ ਤੁਹਾਡੀਆਂ ਰਚਨਾਵਾਂ ਪੜ੍ਹਨਗੀਆਂ ਵੀ, ਤੁਹਾਡੀ ਕਿਤਾਬ ਵੀ ਲੈਣਗੀਆਂ, ਤੇ ਨਾਲ ਹੀ ਉਹ ਆਪਣੀਆਂ ਧੀਆਂ ਨੂੰ ਸਿੱਖਿਅਤ ਕਰਨ ਤੇ ਵੀ ਜ਼ੋਰ ਦੇਣਗੀਆਂ, ਕਿਉਂਕਿ ਇਹ ਵਧੇਰੇ ਜ਼ਰੂਰੀ ਹੈ। ਹਾਂਜੀ ਬਿਲਕੁਲ ਜੀ। ਤੇ ਅਸੀਂ ਲੈਣੇ ਹਾਂ ਜੀ ਇਜਾਜ਼ਤ। ਭੈਣਾਂ ਨੂੰ ਸੁਣਵਾ ਦਿੰਦੇ ਹਾਂ ਸੁਰਿੰਦਰ ਕੌਰ ਦਾ ਗਾਇਆ ਇੱਕ ਗੀਤ। ਮਿਹਰਬਾਨੀ ਜੀ।